ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਦਿੱਲੀ ਦੀ ਜੰਗਜੂ ਬੀਬੀ ਬਾਰੇ ਸਾਂਝ ਪਾਵਾਂਗੇ ਜੋ ਕਿ ਹਾਲਾਤਾਂ ਤੋਂ ਮਜਬੂਰ ਖਾੜਕੂ ਸਫਾਂ ਦੇ ਵਿੱਚ ਜਾ ਰਲੀ ਸੀ। ਜ਼ਰੂਰ ਦੇਖਿਓ, ਬਹੁਤ ਹੀ ਦਿਲਚਸਪ ਵੀਡੀਓ ਹੈ। ਭਾਈ ਦਲਜੀਤ ਸਿੰਘ ਜੀ ਬਿਆਨ ਕਰਦੇ ਨੇ ਕਿ ਇਹ ਸਨ 1988 ਦੀਆਂ ਗਰਮੀਆਂ ਦੀ ਗੱਲ ਹੈ। ਮੇਰੇ ਨਾਲ ਬਾਬਾ ਸੁਰਿੰਦਰ ਸਿੰਘ, ਗੁਰਨਾਮ ਸਿੰਘ ਨਿੱਕਾ, ਬਾਬਾ KLF ਤੇ ਅਵਤਾਰ ਸਿੰਘ ਦਾਊ ਮਾਜਰਾ ਸਨ। ਅਸੀਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀ ਤੇ ਰਾਹ ਦੇ ਵਿੱਚ ਚਾਹ ਪੀਣ ਲਈ ਰੁਕ ਗਏ ਕਿਉਂਕਿ ਇਸ ਢਾਬੇ ਉੱਤੇ ਬਾਬਾ ਸੁਰਿੰਦਰ ਸਿੰਘ ਤੇ ਗੁਰਨਾਮ ਸਿੰਘ ਨੇ ਕਿਸੇ ਨੂੰ ਮਿਲਣਾ ਸੀ। ਮੈਂ ਟਰੱਕ ਦੇ ਵਿੱਚ ਬੈਠਾ ਰਿਹਾ ਜਦ ਕਿ ਬਾਬਾ ਤੇ ਗੁਰਨਾਮ ਸਿੰਘ ਬਾਹਰ ਬੈਠ ਕੇ ਚਾਹ ਪੀਣ ਲੱਗ ਪਏ। ਕੁਝ ਮਿੰਟਾਂ ਬਾਅਦ ਉਹਨਾਂ ਨੂੰ ਉਹ ਸਿੰਘ ਸਕੂਟਰ ਤੇ ਮਿਲਣ ਆ ਗਿਆ। ਉਸ ਨਾਲ ਇੱਕ 30 ਸਾਲ ਦੀ ਪਤਲੇ ਜਿਹੇ ਸਰੀਰ ਦੀ ਦਰਮਿਆਨੇ ਕੱਦ ਸਾਂਵਲੇ ਰੰਗ ਦੀ ਬੀਬੀ ਸੀ। ਉਸ ਨਾਲ 3-4 ਸਾਲ ਦਾ ਬੱਚਾ ਸੀ। ਉਸਨੇ ਇੱਕ ਬੈਗ ਚੁੱਕਿਆ ਹੋਇਆ ਸੀ। ਅੱਧਾ ਘੰਟਾ ਉਹਨਾਂ ਗੱਲਬਾਤ ਕੀਤੀ ਤੇ ਫਿਰ ਉਹ ਚਲੇ ਗਏ। ਅਸੀਂ ਵੀ ਚੰਡੀਗੜ੍ਹ ਵੱਲ ਨੂੰ ਤੁਰ ਪਏ ਤੇ ਦੋਵਾਂ ਬਾਬਿਆਂ ਨੇ ਰਾਹ ਵਿੱਚ ਦੱਸਿਆ ਕਿ ਫਿਰੋਜ਼ਪੁਰ ਵੱਲ ਦਾ ਪਕੌੜਾ ਸਿੰਘ ਹੈ, ਇਹ ਚੰਗਾ ਬੰਦਾ ਹੈ। ਇਹਨਾਂ ਨੇ ਇੱਕ ਛੋਟੀ ਜਿਹੀ ਜਥੇਬੰਦੀ ਬਣਾਈ ਹੋਈ ਹੈ। ਇਹ ਆਜ਼ਾਦ ਤੌਰ 'ਤੇ ਕੰਮ ਕਰਦੇ ਹਨ। ਇਹ ਬੀਬੀ ਬੜੀ ਕਮਾਲ ਦੀ ਔਰਤ ਹੈ। ਇਸਨੇ ਬਹੁਤ ਕੰਮ ਸਿਰੇ ਚੜਾਏ ਹਨ। ਪੁਲਿਸ ਅਤੇ ਖੂਫੀਆ ਮਹਿਕਮੇ ਇਸ ਦੀ ਬਹੁਤ ਭਾਲ ਦੇ ਵਿੱਚ ਹਨ। ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ, ਇੰਨਾ ਹੀ ਪਤਾ ਹੈ ਕਿ ਇਸ ਨਾਲ ਇੱਕ ਬੱਚਾ ਹੈ। ਸਰੀਰ ਪਤਲਾ ਤੇ ਰੰਗ ਸਾਂਵਲਾ ਹੈ। ਇਸ ਬੀਬੀ ਦਾ ਮਾਝੇ ਦੇ ਕੁਝ ਸਿੰਘਾਂ ਨਾਲ ਵੀ ਰਾਬਤਾ ਹੈ। ਕੁਝ ਸਮਾਂ ਇਹ ਮਾਝੇ ਵਿੱਚ ਰਹਿੰਦੀ ਹੈ ਤੇ ਕੁਝ ਸਮਾਂ ਮਾਲਵੇ ਦੇ ਵਿੱਚ ਇਹਨਾਂ ਸਿੰਘਾਂ ਦੀਆਂ ਠਾਰਾਂ ਤੇ। ਫਰੀਦਕੋਟ ਕੋਲ ਇੱਕ ਸਾਂਝੀ ਠਾਰ ਤੇ ਵੀ ਇਹ ਆਪਣਾ ਕੁਝ ਸਮਾਂ ਕੱਟ ਲੈਂਦੀ ਹੈ ਤੇ ਬਾਬਾ ਸੁਰਿੰਦਰ ਸਿੰਘ ਜੀ ਹੁਰੀ ਉੱਥੇ ਇਸ ਨੂੰ ਮਿਲੇ ਸਨ। ਇਸ ਦਾ ਕਿਸੇ ਜਥੇਬੰਦੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਿਸੇ ਵੀ ਦੀ ਵੀ ਮਦਦ ਕਰ ਦਿੰਦੀ ਹੈ ਜੋ ਸਰਕਾਰ ਖਿਲਾਫ ਜੂਝ ਰਿਹਾ ਹੈ। ਨਵੰਬਰ 84 ਦੇ ਦਿੱਲੀ ਕਤਲੇਆਮ ਸਮੇਂ ਇਹਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸੀ। ਸਾਰਿਆਂ ਨੂੰ ਘਰ ਵਿੱਚ ਹੀ ਸਾੜ ਦਿੱਤਾ ਸੀ। ਇਹ ਆਪਣੇ ਬੱਚੇ ਨਾਲ ਉਸ ਵਕਤ ਕਿਤੇ ਬਾਹਰ ਗਈ ਹੋਈ ਸੀ। ਜਦੋਂ ਕੁਝ ਦਿਨਾਂ ਬਾਅਦ ਇਹ ਪਰਤੀ ਤਾਂ ਉਹਦਾ ਘਰ ਸ਼ਮਸ਼ਾਨ ਦਾ ਰੂਪ ਧਾਰ ਚੁੱਕਿਆ ਸੀ। ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਸਿੱਖਾਂ ਦਾ ਘਰ ਸੀ। ਸ਼ਾਇਦ ਇਹ ਸ਼ਿਗਲੀਗਰ ਸਿੱਖ ਸਨ ਜੋ ਦਿੱਲੀ ਦੇ ਵਿੱਚ ਵਸ ਗਏ ਤੇ ਛੋਟੇ-ਮੋਟੇ ਕੰਮ ਕਰਦੇ ਸਨ। ਕਾਤਲ ਪੀੜ ਨੇ ਇਸ ਦੇ ਪਤੀ, ਸੱਸ ਸਹੁਰੇ ਨੂੰ ਕਤਲ ਕੀਤਾ ਤੇ ਫਿਰ ਇਹ ਸਭ ਨੂੰ ਇਕੱਠਿਆਂ ਕਰਕੇ ਅੱਗ ਲਗਾ ਦਿੱਤੀ। ਜਦੋਂ ਇਹ ਵਾਪਸ ਆਈ ਤਾਂ ਉੱਥੇ ਕੁਝ ਹੱਡੀਆਂ ਅਤੇ ਸੜਾਂਦ ਮਾਰਦਾ ਕੁਝ ਅੱਧ ਸੜਿਆ ਮਾਸ ਬਚਿਆ ਹੋਇਆ ਸੀ। ਇਹ ਡਰ ਕੇ ਦੁੱਖ ਦੇ ਨਾਲ ਬੇਹੋਸ਼ ਹੋ ਕੇ ਡਿੱਗ ਗਈ। ਲੋਕਾਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ ਤੇ ਇਹਨਾਂ ਨੇ ਲੱਕੜਾਂ ਲਿਆ ਕੇ ਇੱਥੇ ਬਚੇ ਹੋਏ ਸਰੀਰ ਦੇ ਹਿੱਸਿਆਂ ਦਾ ਦੁਬਾਰਾ ਸੰਸਕਾਰ ਕੀਤਾ। ਫਿਰ ਲੋਕਾਂ ਨੇ ਇਹਨੂੰ ਕਿਸੇ ਕੈਂਪ ਦੇ ਵਿੱਚ ਛੱਡ ਦਿੱਤਾ ਜਿੱਥੇ ਇਹ ਕੁਝ ਮਹੀਨੇ ਰਹੀ। ਹਰ ਕੋਈ ਦੁਖੀ ਸੀ ਤੇ ਹਰ ਇੱਕ ਨੇ ਬਹੁਤ ਕੁਝ ਖੋਇਆ ਤੇ ਅੱਖੀਂ ਦੇਖਿਆ ਸੀ। ਸਭ ਸਾਂਝੇ ਰੂਪ ਵਿੱਚ ਹੀ ਦੁੱਖ ਹੰਢਾ ਰਹੇ ਸਨ। ਲੋਕਾਂ ਆ ਕੇ ਹਮਦਰਦੀ ਕਰਦੇ ਸਨ। ਲੋਕ ਇਹਦੇ ਨਾਲ ਆਦੇ ਮਦਦ ਵੀ ਕਰਦੇ ਸਨ। ਕੁਝ ਦਿਨਾਂ ਬਾਅਦ ਇਹ ਉਸ ਗਹਿਰੇ ਸਾਦਮੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਲੱਗੀ। ਉੱਥੇ ਸਵੇਰੇ ਸ਼ਾਮ ਸਾਂਝੇ ਰੂਪ ਦੇ ਵਿੱਚ ਪਾਠ ਹੁੰਦਾ ਸੀ। ਪਹਿਲਾਂ ਇਹਨੇ ਕਦੀ ਪਾਠ ਨਹੀਂ ਸੀ ਕੀਤਾ। ਇਸ ਨੂੰ ਪਾਠ ਵੀ ਹਿੰਦੀ ਦੇ ਵਿੱਚ ਹੀ ਪੜ੍ਹਨਾ ਆਉਂਦਾ ਸੀ। ਇਹ ਹਿੰਦੀ ਵਿੱਚ ਮਿਲੇ ਜੁਲੇ ਪੰਜਾਬੀ ਸ਼ਬਦ ਬੋਲਦੀ ਸੀ। ਹੁਣ ਇਹ ਪਾਠ ਤੇ ਕੀਰਤਨ ਸੁਣਨ ਲੱਗ ਪਈ ਅਤੇ ਇਸ ਨੂੰ ਆਰਾਮ ਤੇ ਤਰਵਾਸ ਮਿਲਦਾ ਸੀ। ਕਿਸੇ ਨੇ ਇਹਨੂੰ ਹਿੰਦੀ ਵਾਲਾ ਗੁਟਕਾ ਸਾਹਿਬ ਲਿਆ ਦਿੱਤਾ ਜੋ ਹੁਣ ਵੀ ਸਦਾ ਆਪਣੇ ਨਾਲ ਝੋਲੇ ਦੇ ਵਿੱਚ ਰੱਖਦੀ ਹੈ। ਗੁਰਬਾਣੀ ਨੇ ਇਸ ਨੂੰ ਨਵਾਂ ਜੀਵਨ ਦੇ ਦਿੱਤਾ। ਇਹ ਆਪਣਾ ਤੇ ਆਪਣੇ ਬੱਚੇ ਦਾ ਮੁੜ ਖਿਆਲ ਰੱਖਣ ਲੱਗ ਪਈ। ਲੋਕਾਂ ਨੇ ਬਹੁਤ ਮਦਦ ਕੀਤੀ। ਦੂਰ ਦੇ ਰਿਸ਼ਤੇਦਾਰ ਵੀ ਆ ਮਿਲੇ ਤੇ ਉਹਨਾਂ ਨੇ ਜੀਵਨ ਵਿੱਚ ਅੱਗੇ ਤੁਰਨ ਦੀ ਗੱਲ ਕੀਤੀ। ਦੂਰ ਦੇ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ, ਪਿਛਲਾ ਭੁਲਾਉਣ ਬਾਰੇ ਵੀ ਕਿਹਾ। ਕੁਝ ਸਮਾਂ ਹੀ ਆਪਣੇ ਰਿਸ਼ਤੇਦਾਰਾਂ ਕੋਲ ਵੀ ਚਲੀ ਗਈ ਪਰ ਉੱਥੇ ਇਹਦਾ ਮਨ ਨਹੀਂ ਠਹਿਰਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ ਤੇ ਸਾਰਾ ਕੁਝ ਭੁੱਲ ਜਾਣ ਲਈ ਕਹਿ ਰਹੇ ਸਨ। ਆਪਣੇ ਪਤੀ ਦਾ ਅੱਧ ਸੜਿਆ ਸਰੀਰ ਨਹੀਂ ਭੁਲਾ ਸਕੀ ਸੀ ਤੇ ਹੁਣ ਇਸ ਨੂੰ ਕੋਈ ਡਰ ਨਹੀਂ ਸੀ। ਮੌਤ ਦੇ ਭਿਅੰਕਰ ਰੂਪ ਨਾਲ ਇਹ ਇਕਸਰ ਹੋ ਚੁੱਕੀ ਸੀ। ਹੁਣ ਮੌਤ ਇਸ ਨੂੰ ਕੁਝ ਨਹੀਂ ਸੀ ਕਹਿੰਦੀ ਬਲਕਿ ਇਸ ਨੂੰ ਲੱਗਦਾ ਸੀ ਕਿ ਮੌਤ ਇਸ ਦੇ ਨਾਲ ਹੀ ਰਹਿਣ ਲੱਗ ਪਈ ਹੈ। ਇਹ ਉੱਥੋਂ ਫਿਰ ਸ਼ਰਨਗਾਹ ਵਿੱਚ ਆ ਗਈ। ਉੱਥੋਂ ਸ਼੍ਰੀ ਅੰਮ੍ਰਿਤਸਰ ਦੇ ਕਿਸੇ ਪਿੰਡ ਦੀ ਪੰਚਾਇਤ ਨੇ ਇਸ ਦੇ ਸਮੇਤ ਕੁਝ ਹੋਰ ਲੋਕਾਂ ਨੂੰ ਆਪਣੇ ਪਿੰਡ ਲੈ ਆਂਦਾ। ਉੱਥੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ। ਮਾਝੇ ਦੇ ਪਿੰਡਾਂ ਦੀ ਖੁੱਲ੍ਹੀ ਹਵਾ ਵਿੱਚ ਇਸ ਨੂੰ ਚੰਗਾ ਲੱਗਿਆ ਤੇ ਲੋਕ ਵੀ ਬਹੁਤ ਚੰਗੇ ਲੱਗੇ। ਹੁਣ ਇਹ ਆਪਣੇ ਲੋਕਾਂ ਵਿੱਚ ਆ ਗਈ ਹੈ। ਇਸ ਦੀ ਜਗ੍ਹਾ ਇੱਥੇ ਹੀ ਹੈ। ਉਸ ਨੂੰ ਪੰਥ ਦੇ ਨਾਲ ਪਿਆਰ ਪੈ ਗਿਆ ਸੀ। ਜਿਹੜੀ ਗੱਲ ਉਸ ਨੂੰ ਸਭ ਤੋਂ ਚੰਗੀ ਲੱਗੀ ਉਹ ਸੀ ਕਿ ਇਹਨਾਂ ਲੋਕਾਂ ਦੇ ਵਿੱਚ ਡਰ ਨਹੀਂ ਹੈ ਬਲਕਿ ਇਹ ਸਰਕਾਰ ਵਿਰੁੱਧ ਜੂਝਣ ਦੀ ਤਮੰਨਾ ਹੈ। ਇੱਥੇ ਆ ਕੇ ਇਸ ਨੂੰ ਸਮਝ ਲੱਗੀ ਕਿ ਹੁਣ ਉਸ ਦੇ ਜੀਵਨ ਦਾ ਅਸਲੀ ਮਤਲਬ ਦੁਸ਼ਮਣ ਦੇ ਨਾਲ ਜੂਝਣਾ ਹੈ, ਉਸ ਨੂੰ ਮੋੜਵਾ ਜਵਾਬ ਦੇਣਾ ਹੈ ਤੇ ਉਸ ਨੂੰ ਮੌਤ ਦੇ ਸਨਮੁਖ ਕਰਨਾ ਹੈ ਜਿਸ ਨੇ ਉਸਦਾ ਘਰ ਪਰਿਵਾਰ ਖਾ ਲਿਆ ਸੀ। ਇੱਥੇ ਪਿੰਡ ਵਿੱਚ ਹੀ ਇਸ ਨੂੰ ਕੁਝ ਖਾੜਕੂ ਸਿੰਘ ਮਿਲੇ ਤੇ ਉਹਨਾਂ ਨੂੰ ਇਸ ਦੀ ਕਹਾਣੀ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਨੇ ਦੁਸ਼ਮਣ ਖਿਲਾਫ ਕਾਰਵਾਈਆਂ ਵਿੱਚ ਸੇਵਾ ਦੀ ਖਾਹਿਸ਼ ਰੱਖੀ ਤੇ ਉਹਨਾਂ ਨੇ ਇਸ ਦੀ ਗੱਲ ਮੰਨ ਲਈ।
ਹੁਣ ਇਹ ਸਿੰਘਾਂ ਦੇ ਸ਼ਾਸਤਰ ਤੇ ਗੋਲੀ ਸਿੱਕਾ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦਾ ਕੰਮ ਕਰਨ ਲੱਗ ਪਈ, ਕਿਉਂਕਿ ਇਹਨੂੰ ਕੋਈ ਡਰ ਨਹੀਂ ਸੀ ਲੱਗਦਾ। ਇਹ ਬੱਸਾਂ, ਰੇਲਾਂ, ਰਿਕਸ਼ਿਆਂ, ਟੈਕਸੀਆਂ ਰਾਹੀਂ ਸਿੰਘਾਂ ਦਾ ਸਮਾਨ ਦੱਸੀ ਹੋਈ ਥਾਂ ਉੱਤੇ ਪਹੁੰਚਾ ਦਿੰਦੀ ਸੀ। ਇਹਨੂੰ ਹਰ ਕੰਮ ਕਰਕੇ ਸਕੂਨ ਮਿਲਦਾ ਸੀ ਕਿ ਇਹਨੇ ਕੁਝ ਕੀਤਾ ਹੈ। ਫਿਰ ਜੰਗ ਵਿੱਚ ਉਹਦਾ ਹਿੱਸਾ ਵਧਣ ਲੱਗਾ ਤੇ ਇਸ ਬੀਬੀ ਨੇ ਪੰਜਾਬ, ਹਰਿਆਣੇ ਤੇ ਦਿੱਲੀ ਦੇ ਵਿੱਚ ਖਾੜਕੂ ਸਿੰਘਾਂ ਦੇ ਕਈ ਵੱਡੇ ਕੰਮ ਕੀਤੇ। ਹੁਣ ਇਸ ਦੇ ਸਿੰਘਾਂ ਦੇ ਕਈ ਜਥਿਆਂ ਦੇ ਨਾਲ ਸੰਬੰਧ ਹੋ ਗਏ। ਇਹਨੂੰ ਹਰ ਵੇਲੇ ਕੰਮ ਕਰਨ ਦੀ ਤਾਂਘ ਰਹਿੰਦੀ ਸੀ। ਹੁਣ ਤੱਕ ਪੁਲਿਸ ਤੇ ਖੂਫੀਆ ਮਹਿਕਮਿਆਂ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਬੀਬੀ ਖਾੜਕੂ ਸਿੰਘਾਂ ਦੀ ਬਹੁਤ ਵੱਡੇ ਪੱਧਰ ਤੇ ਸੇਵਾ ਕਰਦੀ ਹੈ, ਬਹੁਤ ਉਹਨਾਂ ਦੇ ਕੰਮ ਕਰਦੀ ਹੈ ਤੇ ਇਸ ਦੀ ਪੁਲਿਸ ਨਾਲੋਂ ਵੱਧ ਖੂਫੀਆ ਮਹਿਕਮਿਆਂ ਵੱਲੋਂ ਸਭ ਥਾਂ ਤਲਾਸ਼ ਹੋ ਰਹੀ ਸੀ। ਅਵਤਾਰ ਸਿੰਘ ਦਾਊ ਮਾਜਰਾ ਨੇ ਕਿਹਾ ਕਿ ਆਪਾਂ ਨੂੰ ਇਸ ਬੀਬੀ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ, ਖਾਸ ਕਰਕੇ ਇਸ ਦੇ ਬੱਚੇ ਨੂੰ। ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਬੀਬੀ ਨੂੰ ਇਹ ਸੁਝਾਅ ਦਿੱਤਾ ਸੀ ਕਿ ਅਸੀਂ ਤੁਹਾਡਾ ਪ੍ਰਬੰਧ ਕਰ ਸਕਦੇ ਹਾਂ। ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਜਥੇਦਾਰ ਗੁਰਜੰਟ ਸਿੰਘ ਨੇ ਉਸ ਬਾਰੇ ਫਿਕਰ ਕੀਤਾ ਹੈ, ਪਰ ਉਸਨੇ ਕੋਈ ਮਦਦ ਪ੍ਰਵਾਨ ਨਹੀਂ ਕੀਤੀ। ਸਗੋਂ ਉੱਪਰੋਂ ਇਹ ਕਿਹਾ ਕਿ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਮੈਂ ਹਾਜ਼ਰ ਹਾਂ। ਹੁਣ ਉਹ ਕੰਮ ਅਤੇ ਖਤਰੇ ਬਿਨਾਂ ਜਿਉ ਨਹੀਂ ਸੀ ਸਕਦੀ। ਉਹ ਆਪਣੇ ਕੋਲ ਹੋਰ ਕੋਈ ਸ਼ਾਸਤਰ ਨਹੀਂ ਸੀ ਰੱਖਦੀ, ਪਰ ਇੱਕ ਹੱਥ ਗੋਲਾ ਸਦਾ ਆਪਣੇ ਕੋਲ ਰੱਖਦੀ ਸੀ। ਉਸ ਦੇ ਝੋਲੇ ਵਿੱਚ ਇੱਕ ਪਾਸੇ ਉਹ ਹਿੰਦੀ ਵਾਲਾ ਗੁਟਕਾ ਸਾਹਿਬ ਅਤੇ ਦੂਜੇ ਪਾਸੇ ਹੱਥ ਗੋਲਾ ਹੁੰਦਾ ਸੀ। ਉਹਦਾ ਜੰਗੀ ਸਮਾਨ ਸਾਈਨਾਈਡ ਦੀ ਪੁੜੀ ਅਤੇ ਇੱਕ ਹੱਥ ਗੋਲਾ ਸਨ। ਪਤਾ ਨਹੀਂ ਸੁੱਤੇ ਸਿੱਧ ਜਾਂ ਕਿਸੇ ਕੋਲੋਂ ਸੁਣ ਕੇ ਉਹਨੇ ਧੰਨਾ ਸਿੰਘ ਬੱਬਰ ਅਕਾਲੀ ਵਾਂਗ ਹੱਥ ਗੋਲੇ ਨੂੰ ਪੱਕਾ ਸਾਥੀ ਬਣਾਇਆ ਹੋਇਆ ਸੀ। ਉਸ ਦਾ ਮੰਨਣਾ ਸੀ ਕਿ ਜਦੋਂ ਉਹ ਫੜੀ ਗਈ ਤਾਂ ਫੜਨ ਵਾਲੇ ਵੀ ਉਸ ਦੇ ਨਾਲ ਹੀ ਉੱਡਣਗੇ। ਤੇ ਇਹ ਬੀਬੀ ਦੱਸਦੇ ਨੇ ਕਿ ਉਹ ਹਮਲੇ ਕਰਨ ਅਤੇ ਮੌਤ ਦੇ ਜੋਖਮ ਨੂੰ ਉਡੀਕਦੀ ਰਹਿੰਦੀ ਸੀ। ਜ਼ਿੰਦਗੀ ਵਿੱਚ ਉਸਦੇ ਕੋਈ ਹੋਰ ਚਾਅ ਨਹੀਂ ਸੀ ਰਹਿ ਗਏ। ਹਾਂ, ਉਹ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਪਾਠ ਕਰਦੀ ਸੀ ਜਾਂ ਗੁਰੂ ਘਰ ਵਿੱਚ ਜਾ ਕੇ ਕੀਰਤਨ ਸੁਣਦੀ ਸੀ। ਖਾਣ ਦਾ, ਪੀਣ ਦਾ, ਪਹਿਨਣ ਦਾ ਜਾਂ ਦੁਨੀਆ ਦੀ ਕਿਸੇ ਹੋਰ ਚੀਜ਼ ਦਾ ਉਸਨੂੰ ਕੋਈ ਚਾਅ ਨਹੀਂ ਸੀ। ਦੁਸ਼ਮਣ ਪ੍ਰਤੀ ਰੋਹ, ਜੰਗ, ਖਤਰਾ, ਧਮਾਕਾ, ਮੌਤ, ਇਹੀ ਉਸਦਾ ਚਾਅ ਸਨ। ਅਸੀਂ ਉਹਦੀਆਂ ਗੱਲਾਂ ਕਰਦਿਆਂ ਚੰਡੀਗੜ੍ਹ ਅੱਪੜ ਗਏ। ਉਸ ਬੀਬੀ ਬਾਰੇ ਸੁਣ ਕੇ ਮੇਰੇ ਦਿਲ ਉੱਤੇ ਡੂੰਘਾ ਪ੍ਰਭਾਵ ਪਿਆ। ਉਹਦੀ ਸਾਵਲੀ ਪਤਲੀ ਜਿਹੀ ਬਣਤਰ ਨਾਲ ਉਹਦਾ ਬੱਚਾ ਮੇਰੀ ਯਾਦ ਵਿੱਚ ਵਸ ਗਏ। ਦੇਖੋ, ਜ਼ੁਲਮ ਅਤੇ ਮੌਤ ਨੇ ਇੱਕ ਸਧਾਰਨ ਜਿਹੀ ਬੀਬੀ ਨੂੰ ਕਿਹੋ ਜਿਹੀ ਸ਼ਖਸੀਅਤ ਤੇ ਸ਼ਕਤੀ ਵਿੱਚ ਤਬਦੀਲ ਕਰ ਦਿੱਤਾ।